जेल च ही रहणगे फिलहाल बिक्रम मजीठिया। इस वक्त की खबर सामने आ रही दसदी कि सुनवाई के दौरान एक जज ने खुद को मामले तो वक् कर लिया तो जस्टिस अनूप चितकारा ने खुद को केस तो वक् किया तो मुड़ तो जो मामला चीफ जस्टिस कोल पहुंचेगा तो केस को किसी होर बेंच कोल रैफर किया जाएगा। तो हम देखने गल होएगी कि किस बेंच कोल जो केस है रैफर होंदा है तो मामले की अगली सुनवाई कदों होंदी है। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਫਿਲਹਾਲ ਜੇਲ੍ਹ ਦੇ ਵਿੱਚ ਹੀ ਰਹਿਣਾ ਪਏਗਾ। ਦਰਅਸਲ ਉਹਨਾਂ ਦੀ ਜ਼ਮਾਨਤ ਯਾਚਿਕਾ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਇੱਕ ਹੋਰ ਜਸਟਿਸ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ। ਸਾਡੇ ਨਾਲ ਬਿਕਰਮ ਮਜੀਠੀਆ ਦੇ ਐਡਵੋਕੇਟ ਨੇ ਡੀਐਸ ਓਪਤੀ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਕੀ ਕਾਰਨ ਹੈ ਕਿ ਇੱਕ ਵਾਰ ਫਿਰ ਤੋਂ ਇੱਕ ਜਸਟਿਸ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ, ਕਿਉਂਕਿ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਜਸਟਿਸ ਮਸੀਹ ਤੇ ਜਸਟਿਸ ਸੰਦੀਪ ਮੋਦਗਿਲ ਦੀ ਬੈਂਚ ਤੇ ਹੋ ਰਹੀ ਸੀ, पर जस्टिस मसीह वालों खुद ਨੂੰ इस केस तो रिक्यूज कर लिया गया सीगा ते हुण जस्टिस अनूप चितकारा वालों खुद ਨੂੰ इस केस तो अलग कर लिया गया है। सोपती जी अज फिर तो पटीशन ते सुनवाई होनी सीगी कि कुछ ਇਹਦੇ ਵਿੱਚ ਤੁਸੀਂ ਦਲੀਲਾਂ ਦੇਣੀਆਂ ਸੀ ਤੇ ਕੀ ਕਾਰਨ ਹੈ ਕਿ ਜਸटिस अनूप वालों खुद ਨੂੰ इस केस तो ਵੱਖ कर लिया गया। देखो केस सुनना नहीं सुनना क्लीयरली ऑनरेबल बेंच का एक प्रेरोगेटिव है। ਅੱਜ ਉਹਨਾਂ ਨੇ ਇੱਕ ਰੀਜ਼ਨਿੰਗ ਵੀ ਦਿੱਤੀ ਹੈ ਕਿ ਉਹ ਕੇਸ ਕਿਉਂ ਨਹੀਂ ਸੁਣ ਰਹੇ। ਜਸਟਿਸ ਅਨੂਪ ਚਿਤਕਾਰਾ ਇੱਕ ਵਿਟਨੈਸ ਹੈ ਜਗਜੀਤ ਚਹਿਲ ਇਸ ਕੇਸ ਵਿੱਚ, ਉਹਦੇ ਵਕੀਲ ਰਹਿ ਚੁੱਕੇ ਨੇ ਵੈਨ ਹੀ ਵਾਜ਼ ਅ ਲਾਇਰ ਇਨ ਦਾ ਹਿਮਾਚਲ ਪ੍ਰਦੇਸ਼ ਹਾਈ ਕੋਰਟ, ਤੇ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਉਸ ਕੇਸ ਨੂੰ ਸੁਣਨ। ਉਹਨਾਂ ਨੇ ਸਿਰਫ ਇਸ ਗੱਲ ਤੇ ਰਿਕਿਊਜ਼ ਕਰਤਾ ਹੈ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਆਨਰੇਬਲ ਚੀਫ ਜਸਟਿਸ ਕੋਲ ਭੇਜ ਦਿੱਤੀ ਹੈ ਫਾਈਲ। ਉਹ ਇੱਕ ਨਵੀਂ ਜਿਹੜਾ ਆਨਰੇਬਲ ਬੈਂਚ ਕਨਸਟੀਟਿਊਟ ਕਰਨਗੇ ਤਾਂ ਕੇਸ ਟੇਕ ਅਪ ਹੋਏਗਾ ਜੀ। ਸੋ ਇੱਥੇ ਤੇ ਰੈਗੂਲਰ ਪ੍ਰੋਸੈਸਸ ਨੇ, ਨਥਿੰਗ ਮਚ ਟੂ ਬੀ। ਅੱਛਾ ਸੋਪਤੀ ਜੀ, ਹੁਣ ਤੱਕ ਕਿੰਨੇ ਜਸਟਿਸ ਜਿਹੜੇ ਨੇ ਉਹ ਖੁਦ ਨੂੰ ਵੱਖ ਕਰ ਚੁੱਕੇ ਨੇ ਤੇ ਨਾਲ ਹੀ ਕੀ ਕੁਝ ਤੁਸੀਂ ਦਲੀਲਾਂ ਜਿਹੜੀਆਂ ਇਸ ਕੇਸ ਦੇ ਵਿੱਚ ਦੇਣੀਆਂ ਨੇ, ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਪੋਲੀਟੀਕਲ ਵੈਂਡੇਟਾ ਹੈ ਤੇ ਜਾਣਬੁੱਝ ਕੇ ਬਿਕਰਮ ਮਜੀਠੀਆ ਨੂੰ ਫਸਾਇਆ ਗਿਆ। 24 ਫਰਵਰੀ ਨੂੰ ਉਹਨਾਂ ਵੱਲੋਂ ਸਰੈਂਡਰ ਕੀਤਾ ਗਿਆ ਸੀ ਮੋਹਾਲੀ ਕੋਰਟ ਦੇ ਵਿੱਚ, ਉਸ ਤੋਂ ਬਾਅਦ ਲਗਾਤਾਰ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਮਜੀਠੀਆ। जी ऐसा तो बिल्कुल नहीं जी कि बहुत सारे जस्टिस रिक्यूज़ कर चुके हैं। आई थिंक ये गल कहनी बिल्कुल गलत है एंड वी आर नो बडी टू कमेंट लाइक दैट जी। अज का जो रिक्यूज़ल होया वो एक रीजन उन्होंने दसी है, दो ऑनरेबल जजिस ਨੂੰ ਰੀਜ਼ਨ ਦੇਣ ਦੀ ਵੀ ਕੋਈ ਲੋੜ ਨਹੀਂ ਹੁੰਦੀ। ਸਾਡਾ ਕਲੀਅਰ ਸਟੈਂਡ ਰਿਹਾ ਹਮੇਸ਼ਾ ਪੋਲੀਟੀਕਲ ਵੈਂਡੇਟਾ ਹੈ। ਤੁਹਾਨੂੰ ਪਤਾ ਹੈ ਕਿ ਡਾਇੰਗ ਡੇਜ਼ ਆਫ ਦ ਕਾਂਗਰਸ ਗਵਰਨਮੈਂਟ 'ਚ ਇਹਨਾਂ ਨੇ ਕੀ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦ ਲਾਸਟ ਟਾਈਮ ਆਰਡਰ ਰਿਜ਼ਰਵ ਹੋਇਆ ਸੀਗਾ, पंजाब सरकार के वकील साहब ने खुद एक कंसीड किया सी कि बिक्रम मजीठिया के खिलाफ कोई भी तत्थ नहीं अज तक सामने आए और जे उन्होंने बेल देनी है तो जुलाई के विच दे दी जाए। ये तो इन्हों का आर्गूमेंट सीगा जी। सो ये केस कितने खड़े, अगर थोड़ा जी पेशेंस होर। ਸੋਪਤੀ ਜੀ 20 ਦਸੰਬਰ 2021 ਨੂੰ ਮਾਮਲਾ ਜਿਹੜਾ ਦਰਜ ਕੀਤਾ ਗਿਆ, ਐਨਡੀਪੀਐਸ ਦੀਆਂ ਅਲੱਗ-ਅਲੱਗ ਧਾਰਾਵਾਂ ਲਗਾਈਆਂ ਗਈਆਂ, ਪਰ ਤੁਹਾਡੇ ਵੱਲੋਂ ਇਹ ਕਿਹਾ ਗਿਆ ਕਿ ਇਸ ਐਫਆਈਆਰ ਨੂੰ ਹੀ ਕੁਐਸ਼ ਕਰਨਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕੋਈ ਫਰੈਸ਼ ਐਵੀਡੈਂਸ ਜਿਹੜਾ ਉਹ ਨਹੀਂ ਮਿਲਿਆ, ਨਾ ਹੀ ਕੋਈ ਰਿਕਵਰੀ ਜਿਹੜੀ ਹੈ ਉਹ ਬਿਕਰਮ ਮਜੀਠੀਆ ਤੋਂ ਹੋਈ। ਇਹ ਪਰਚਾ ਤਾਂ ਇੰਨਾ ਹਾਸੋਹੀਣੀ ਹੈ ਜੀ। ਉਹ ਚੱਟੋਪਾਧਿਆ ਨੇ ਕਰਾਇਆ, ਉਹ ਦੇਖੋ ਅੱਜ ਕਿੱਥੇ ਬੈਠਾ ਜੀ। ਚੱਟੋਪਾਧਿਆ ਨੇ 8 ਦਿਨ ਦਾ ਚਾਰਜ ਲੈ ਕੇ ਪਰਚਾ ਦਰਜ ਕਰਾਇਆ ਚਰਨਜੀਤ ਸਿੰਘ ਚੰਨੀ ਦੇ ਕਹਿਣ ਤੇ। ਉਹਨਾਂ ਨੇ ਨਵਾਂ ਏਜੀ ਨਿਯੁਕਤ ਕਰਾਇਆ, ਉਸ ਤੋਂ ਇੱਕ ਲੀਗਲ ਜਿਹੜੀ ਸਟੇਟਮੈਂਟ ਉਹ ਦਵਾਈ। ਉਹ ਕਿੰਨੇ ਕੁ ਖੜਦੀ ਹੈ ਕੋਰਟ ਵਿੱਚ, ਟਾਈਮ ਵਿਲ ਓਨਲੀ ਟੈਲ ਜੀ। ਇਹ ਟੈਸਟ ਹੈ, ਪਰਚਾ ਸਹੀ ਹੈ ਜਾਂ ਝੂਠਾ ਹੈ, ਉਹਨੂੰ ਅਸੀਂ ਕੋਰਟ ਵਿੱਚ ਲੈ ਕੇ ਜਾਣਾ ਜੀ। ਸਾਡਾ ਹਮੇਸ਼ਾ ਸਟੈਂਡ ਰਿਹਾ ਜੀ ਕਿ ਪੋਲੀਟੀਕਲ ਵੈਂਡੇਟਾ ਹੈ, ਇਹਦੇ ਵਿੱਚ ਕੱਖ ਨਹੀਂ ਹੈ। ਜਿਹੜੀ ਤੁਸੀਂ ਗੱਲ ਕਹੀ ਹੈ ਬਿਲਕੁਲ ਠੀਕ ਹੈ ਕਿ ਇਹ ਸੈਕੰਡ ਐਫਆਈਆਰ ਸੇਮ ਸੈਟ ਆਫ ਅਕਿਊਜ਼ ਦਾ ਟ੍ਰਾਇਲ ਖਤਮ ਹੋ ਗਿਆ। ਰੀ ਇਨਵੈਸਟੀਗੇਸ਼ਨ ਇੱਕ ਹਾਇਰ ਕੋਰਟ ਕੋਲ ਜਾਣੀ ਹੈ ਔਰ ਇਹ ਰੀ ਇਨਵੈਸਟੀਗੇਸ਼ਨ ਦੀ ਇਹਨਾਂ ਨੇ ਬਾਰ-ਬਾਰ ਮੰਗ ਆਨਰੇਬਲ ਡਿਵੀਜ਼ਨ ਬੈਂਚ ਜੋ ਪੀਆਈਐਲ ਸੁਣ ਰਹੇ ਸੀ ਕਿ ਸਾਨੂੰ ਰਿਪੋਰਟ ਦੇ ਦਿਓ, ਸਾਨੂੰ ਰਿਪੋਰਟ ਦੇ ਦਿਓ। ਅਸੀਂ ਬੇਸੀਚ ਕਰਦੇ ਸਾਨੂੰ ਰਿਪੋਰਟ ਦੇ ਦਿਓ, ਹਾਈ ਕੋਰਟ ਨੇ ਨਹੀਂ ਦਿੱਤੀ ਔਰ ਉਸ ਰਿਪੋਰਟ ਨੂੰ ਸੀਲ ਹੋਣ ਦੇ ਬਾਵਜੂਦ ਖੋਲ੍ਹਿਆ ਗਿਆ। ਸਾਡੇ ਹਿਸਾਬ ਨਾਲ ਉਹ ਕੰਟੈਂਪਟ ਹੈ। ਟਾਈਮ ਵਿਲ ਟੈਲ ਕੰਟੈਂਪਟ ਹੈ ਕਿ ਨਹੀਂ ਹੈ। और फिर नवी एफआईआर रजिस्टर की गई क्योंकि पुरानी एफआईआर ऑलरेडी खत्म हो चुकी सी, ट्रायल खत्म हो चुकी सी। ये सारा कुछ जब बाहर आएगा लोगों को आई जाना जी, सामने आई जाना। कैमरामैन सनी दे नाल नितिका महेश, BC मीडिया, चंडीगढ़।